ਸ਼੍ਰੀ ਅਕਾਲ ਜੀ। ਮੈਂ ਹਾਂ ਸਹਾਇਕ ਲੋਕ ਸੰਪਰਕ ਅਫਸਰ ਜਗਬੀਰ ਕੌਰ ਤੇ ਮੇਰੇ ਨਾਲ ਨੇ ਅੱਜ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਬਰਨਾਲਾ ਡਾਕਟਰ ਤੇਵਾਸਪ੍ਰੀਤ ਕੌਰ। ਸਤਿ ਸ਼੍ਰੀ ਅਕਾਲ ਮੈਮ। ਅੱਜ ਅਸੀਂ ਗੱਲ ਕਰਾਂਗੇ ਸਮਾਜਿਕ ਸੁਰੱਖਿਆ ਵਿਭਾਗ ਦੀਆਂ ਵੱਖ-ਵੱਖ ਪੈਨਸ਼ਨ ਸਕੀਮਾਂ ਬਾਰੇ। ਤਾਂ ਮੈਡਮ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਜਿਹੜਾ ਤੁਹਾਡਾ ਵਿਭਾਗ ਆ ਇਹਦੇ ਅਧੀਨ ਕਿਹੜੀਆਂ-ਕਿਹੜੀਆਂ ਪੈਨਸ਼ਨ ਸਕੀਮਾਂ ਚੱਲ ਰਹੀਆਂ ਨੇ? ਸਤਿ ਸ਼੍ਰੀ ਅਕਾਲ ਜੀ ਸਮੂਹ ਬਰਨਾਲਾ ਵਾਸੀਆਂ ਨੂੰ। ਅੱਜ ਮੈਂ ਇੱਥੇ ਇਹ ਹੈ ਕਿ ਜਿਹੜੀਆਂ ਬੁਢਾਪਾ ਪੈਨਸ਼ਨੀਆਂ ਦੀ ਆਪਣੀਆਂ ਪੈਨਸ਼ਨ ਸਕੀਮਾਂ ਚੱਲ ਰਹੀਆਂ ਨੇ, ਉਹਦੇ ਵਿੱਚ ਬੁਢਾਪਾ ਪੈਨਸ਼ਨ ਸਕੀਮ ਔਰ ਵਿਧਵਾ ਅਤੇ ਨਿਆਸ਼ਰਿਤ ਔਰਤਾਂ ਨੂੰ ਪੈਨਸ਼ਨ ਸਕੀਮ ਜਾਂਦੀ ਹੈ ਸਾਡੀ। ਐਂਡ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਡਿਪੈਂਡੈਂਟ ਬੱਚੇ ਨੇ, ਜਿਹੜੇ ਆਸ਼ਰਿਤ ਹੋ ਚੁੱਕੇ ਬੱਚੇ ਨੇ, ਉਹਨਾਂ ਦੀ ਪੈਨਸ਼ਨ ਸਕੀਮ ਦੇ ਨਾਲ ਇੱਕ ਜਿਹੜੇ ਸਾਡੇ ਸੁਸਾਇਟੀ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਸਪੈਸ਼ਲੀ ਏਬਲਡ ਪਰਸਨ ਕਹਿੰਦੇ ਹਾਂ, ਮੀਨਸ ਡਿਸੇਬਲ ਪਰਸਨ, ਅਪੰਗ ਵਿਅਕਤੀਆਂ ਦੇ ਲਈ ਵੀ ਜਿਹੜੀ ਹੈਗੀ ਹੈ ਪੈਨਸ਼ਨ ਸਕੀਮ ਆ, ਉਹ ਸਾਡੇ ਵਿਭਾਗ ਦੁਆਰਾ ਚਲਾਈ ਜਾ ਰਹੀ ਹੈ। ਮੈਮ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਬੁਢਾਪਾ ਪੈਨਸ਼ਨ ਸਕੀਮ ਦੀ, ਹਾਂਜੀ। ਤੇ ਇਹਦੇ ਲਈ ਕੌਣ ਐਲੀਜੀਬਲ ਹੈ, ਕਿੰਨੀ ਇਹਦੀ ਉਮਰ ਹੱਦ ਹੈ, ਕਿਹੜੇ-ਕਿਹੜੇ ਦਸਤਾਵੇਜ਼ ਜ਼ਰੂਰੀ ਹੈ, ਤੁਸੀਂ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ। ਦੇਖੋ ਜੀ, ਉਹ ਬੁਢਾਪਾ ਪੈਨਸ਼ਨ ਦੇ ਵਿੱਚ ਇਹ ਆ ਕਿ ਜਿਹੜੀ ਉਮਰ ਰੱਖੀ ਗਈ ਹੈ, ਉਮਰ ਦੀ ਹੱਦ ਰੱਖੀ ਗਈ ਆ, ਉਹ ਮਰਦ ਬਜ਼ੁਰਗਾਂ ਦੇ ਵਿੱਚ 65 ਸਾਲ ਰੱਖੀ ਗਈ ਆ ਔਰ ਔਰਤਾਂ ਦੇ ਵਿੱਚ ਜਿਹੜੀਆਂ ਔਰਤ ਬਜ਼ੁਰਗਾਂ ਦੇ ਵਿੱਚ ਇਹ ਉਮਰ ਦੀ ਜਿਹੜੀ ਹੈਗੀ ਆ ਸੀਮਾ, ਉਹ 58 ਸਾਲ ਰੱਖੀ ਗਈ ਆ। ਔਰ ਬੁਢਾਪਾ ਪੈਨਸ਼ਨ ਦੇ ਵਿੱਚ ਜ਼ਰੂਰੀ ਦਸਤਾਵੇਜ਼ਾਂ ਦੇ ਵਿੱਚ ਸਭ ਤੋਂ ਜ਼ਰੂਰੀ ਹੈਗਾ ਜੀ ਆਧਾਰ ਕਾਰਡ, ਵੋਟਰ ਕਾਰਡ। ਔਰ ਆਧਾਰ ਕਾਰਡ, ਵੋਟਰ ਕਾਰਡ ਦੇ ਨਾਲ ਉਹਨਾਂ ਦੀ ਜਿਹੜੀ ਹੈਗੀ ਆ ਪਟਵਾਰੀ ਪੇਂਡੂ ਏਰੀਏ ਦੇ ਲਈ ਪਟਵਾਰੀ ਸਾਹਿਬ ਤੋਂ ਇੱਕ ਰਿਪੋਰਟ ਕਰਾਉਣੀ ਜ਼ਰੂਰੀ ਹੁੰਦੀ ਹੈ ਜ਼ਮੀਨ ਸੰਬੰਧੀ। ਔਰ ਸ਼ਹਿਰੀ ਖੇਤਰ ਦੇ ਵਿੱਚ ਉਹੀ ਜਿਹੜੀ ਰਿਪੋਰਟ ਆ ਉਹ ਸੰਬੰਧਿਤ ਈਓ ਵੱਲੋਂ ਕੀਤੀ ਜਾਂਦੀ ਹੈ ਕਿ ਇਸ ਫੈਮਿਲੀ ਦੇ ਕੋਲ ਕਿੰਨੀ ਜ਼ਮੀਨ ਜਾਇਦਾਦ। ਇਹਦੇ ਨਾਲ ਜ਼ਰੂਰੀ ਇਹ ਹੈ ਕਿ ਉਹਨਾਂ ਦੀ ਜਿਹੜੀ ਇਨਕਮ ਆ ਉਹ 60,000 ਤੋਂ ਘੱਟ ਹੋਣੀ ਚਾਹੀਦੀ ਆ। ਉਹ ਸਾਰੇ ਜਿਹੜੇ ਬੈਨੀਫਿਸ਼ਰੀ ਨੇ ਉਹ ਇਸੇ ਸਕੀਮ ਦੇ ਅੰਡਰ ਕਵਰ ਕੀਤੇ ਜਾਂਦੇ ਨੇ, ਜਿਹੜੀਆਂ ਸਾਰੀਆਂ ਕੰਡੀਸ਼ਨਸ ਨੂੰ, ਇਹਨਾਂ ਸਾਰੀਆਂ ਸੀਮਾਵਾਂ ਨੂੰ ਪੂਰਾ ਕਰਦੀਆਂ। ਤੇ ਮੈਮ ਇਹਦੀ ਆਪਾਂ ਪਿੱਛੇ ਜੇ ਮੇਰੇ ਖਿਆਲ ਨਾਲ ਰਾਸ਼ੀ ਵੀ ਵਧੀ ਹੈ ਤੇ ਉਹ ਲਾਗੂ ਹੋ ਚੁੱਕੀ ਹੈ ਜਾਂ ਕਦੋਂ ਤੋਂ ਲਾਗੂ? ਜੀ ਹਾਂਜੀ, ਇਸ ਤੋਂ ਪਹਿਲਾਂ ਜਿਹੜੀ ਸੀਗੀ ਬੁਢਾਪਾ ਪੈਨਸ਼ਨ ਸਕੀਮ ਹੋ ਗਈ, ਚਾਹੇ ਵਿਡੋ ਹੋ ਗਈ, ਡਿਪੈਂਡੈਂਟ ਚਿਲਡਰਨ ਦੀ ਹੋ ਗਈ ਜਾਂ ਆਪਣੀ ਡਿਸੇਬਲ ਪਰਸਨ ਦੀ ਹੋ ਗਈ, ਇਹ ਸਾਰੀ ਪੰਜਾਬ ਸਰਕਾਰ ਵੱਲੋਂ ਪਹਿਲਾਂ 750 ਪੈਨਸ਼ਨ ਦਿੱਤੀ ਜਾਂਦੀ ਸੀ ਚਾਰਾਂ ਸਕੀਮਾਂ ਦੇ ਅੰਡਰ। ਹੁਣ ਜਿਹੜੀ ਹੈਗੀ ਹੈ ਇਹ ਰਾਸ਼ੀ ਵਧਾ ਕੇ ਦੁੱਗਣੀ ਕਰ ਦਿੱਤੀ ਗਈ ਹੈ, ਯਾਨੀ ਕਿ ਇਸ ਮੰਥ ਤੋਂ ਜਿਹੜੀ ਹੈਗੀ ਸਮੂਹ ਲਾਭਪਾਤਰੀਆਂ ਨੂੰ, ਯੋਗ ਲਾਭਪਾਤਰੀਆਂ ਨੂੰ ਜਿਹੜੀ ਪੈਨਸ਼ਨ ਦਾ ਬੈਨੀਫਿਟ ਆ ਉਹ 1500 ਦੇ ਹਿਸਾਬ ਨਾਲ ਦਿੱਤਾ ਜਾਏਗਾ। ਤੇ ਮੈਮ ਇਸ ਤੋਂ ਬਾਅਦ ਜੇ ਆਪਾਂ ਬੁਢਾਪਾ ਪੈਨਸ਼ਨ ਤੋਂ ਬਾਅਦ ਆਪਾਂ ਵਿਧਵਾ ਜਿਹੜੀ ਔਰਤਾਂ ਨੇ ਉਹਨਾਂ ਲਈ ਪੈਨਸ਼ਨ ਦੀ ਗੱਲ ਕਰੀਏ, ਹਾਂਜੀ, ਤਾਂ ਉਹਦੇ ਲਈ ਕੀ ਐਲੀਜੀਬਿਲਟੀ ਹੈ, ਕੀ ਦਸਤਾਵੇਜ਼ ਜ਼ਰੂਰੀ ਹੈ, ਤੇ ਜੇ ਉਹ ਔਰਤ ਕਿਸੇ ਹੋਰ ਕੈਟਾਗਰੀ ਵਿੱਚ ਵੀ ਆਉਂਦੀ ਹੈ, ਕਿਸੇ ਹੋਰ ਪੈਨਸ਼ਨ ਦੇ ਵੀ ਯੋਗ ਹੈ, ਤਾਂ ਕੀ ਦੋਵੇਂ ਪੈਨਸ਼ਨਾਂ ਮਿਲਣਗੀਆਂ? ਜੀ ਨਹੀਂ, ਦੇਖੋ ਜਿਹੜੀ ਵਿਧਵਾ ਔਰਤ ਦੇ ਕੇਸ ਵਿੱਚ ਇਹ ਹੈ ਕਿ ਅਗਰ ਉਹ ਕਿਸੇ ਹੋਰ ਸਕੀਮ ਦਾ ਲਾਭ ਲੈ ਰਹੀ ਹੈ, ਸਪੋਜ਼ ਕਰੋ ਉਹਨਾਂ ਦੇ ਹਸਬੈਂਡ ਕਿਸੇ ਮਹਿਕਮੇ ਦੇ ਵਿੱਚ ਮੁਲਾਜ਼ਮ ਸੀਗੇ ਔਰ ਉੱਥੇ ਉਹਨਾਂ ਦੀ ਡੈਥ ਹੋ ਜਾਂਦੀ ਹੈ, ਤਾਂ ਉਸ ਲੇਡੀ ਨੂੰ ਅਗਰ ਉਸ ਮਹਿਕਮੇ ਵੱਲੋਂ ਪੈਨਸ਼ਨ ਦਿੱਤੀ ਜਾਂਦੀ ਹੈ ਤਾਂ ਉਹ ਇਸ ਵਿਡੋ ਪੈਨਸ਼ਨ ਦੇ ਹੱਕਦਾਰ ਨਹੀਂ ਹੋਣਗੇ। ਇਹਦੇ ਵਿੱਚ ਸਿਰਫ ਉਹ ਵਿਡੋ ਔਰਤਾਂ ਹੀ ਹੱਕਦਾਰ ਨੇ ਜਿਹੜੀਆਂ ਕਿਸੇ ਹੋਰ ਮਹਿਕਮੇ ਤੋਂ ਜਾਂ ਕਿਸੇ ਵੀ ਹੋਰ ਤਰ੍ਹਾਂ ਦੀ ਜਿਹੜੀ ਪੈਨਸ਼ਨ ਆ ਉਹ ਨਹੀਂ ਲੈ ਰਹੀਆਂ। ਉਹ ਸਾਰੀਆਂ ਔਰਤਾਂ ਇੱਥੇ ਐਲੀਜੀਬਲ ਨੇ। ਔਰ ਇਹਨਾਂ ਦੇ ਵਿੱਚ ਮੇਨ ਦਸਤਾਵੇਜ਼ਾਂ ਦੇ ਵਿੱਚ ਉਹਨਾਂ ਦੇ ਲਈ ਉਹਨਾਂ ਦੇ ਹਸਬੈਂਡ ਦੀ ਡੈਥ ਦਾ ਪ੍ਰੂਫ ਆ ਜਿਹੜਾ ਕਿ ਸਿਵਲ ਸਰਜਨ ਦਫ਼ਤਰ ਵੱਲੋਂ ਜਾਂ ਦਿੱਤਾ ਜਾਂਦਾ ਵਾ ਕਿ ਉਹਨਾਂ ਦੀ ਡੈਥ ਹੋ ਗਈ ਆ, ਉਹ ਪ੍ਰੂਫ ਹੀ ਇੱਕ ਮੇਨ ਪ੍ਰੂਫ ਆ ਕਿ ਜਿਹਦੇ ਬੇਸ ਤੇ ਅਸੀਂ ਡਿਸਾਈਡ ਕਰਦੇ ਹਾਂ ਕਿ ਸ਼ੀ ਇਜ਼ ਵਿਡੋ ਔਰ ਉਹਨਾਂ ਨੂੰ ਇਹ ਪੈਨਸ਼ਨ ਆ ਜਿਹੜੀ ਉਹ ਮਿਲ ਜਾਂਦੀ। ਤੇ ਮੈਮ ਉਹਨਾਂ ਨੂੰ ਅਸੀਂ ਕਿੰਨੀ ਰਾਸ਼ੀ ਜਿਹੜੀ ਦੇ ਰਹੇ ਹਾਂ? ਜਿਹੜੀ ਵਿਧਵਾ ਔਰਤਾਂ ਦੀ ਪੈਨਸ਼ਨ ਆ ਉਹਦੇ ਵਿੱਚ ਵੀ ਹੁਣ ਤੱਕ ਜਿਹੜੀ ਪੈਨਸ਼ਨ ਡਿਸਬਰਸ ਕੀਤੀ ਗਈ ਹੈ ਸਾਰੀਆਂ ਨੂੰ ਉਹ 750 ਦੇ ਹੀ ਕੀਤੀ ਗਈ ਆ। ਹੁਣ ਦੇ ਮੰਥ ਤੋਂ ਜਿਹੜੀ ਨਵੀਂ ਪੰਜਾਬ ਗਵਰਨਮੈਂਟ ਨੇ ਲਾਗੂ ਕੀਤਾ ਕਿ ਇਹਨਾਂ ਨੂੰ ਸਾਰਿਆਂ ਨੂੰ ਡਬਲ ਪੈਨਸ਼ਨ ਦੇਣੀ, ਉਹਦੇ ਵਿੱਚ ਪਰ ਪਰਸਨ ਜਿਹੜੀ ਹੈਗੀ ਉਹ 1500 ਪੈਨਸ਼ਨ ਜਾਏਗੀ ਜੀ। ਤੇ ਮੈਮ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜਿਹੜੇ ਆਪਣੇ ਅਪਾਹਜ ਵਿਅਕਤੀਆਂ ਦੀ, ਹੈ ਨਾ, ਸਪੈਸ਼ਲ ਨੇ ਜਿਹੜੇ, ਉਹਨਾਂ ਲਈ ਵੀ ਇੱਕ ਪੈਨਸ਼ਨ ਸਕੀਮ ਚੱਲ ਰਹੀ ਹੈ ਜੀ। ਜੀ ਹਾਂ। ਤੇ ਉਹਨਾਂ ਲਈ ਕਿਹੜੇ ਦਸਤਾਵੇਜ਼ ਚਾਹੀਦੇ ਹਨ ਤੇ ਕਿੰਨੀ ਪੈਨਸ਼ਨ ਆਪਾਂ ਦੇ ਰਹੇ ਹਾਂ? ਜਿੰਨੇ ਵੀ ਮਤਲਬ ਕਿ ਡਿਸੇਬਲ ਪਰਸਨ, ਜਿਨ੍ਹਾਂ ਨੂੰ ਅਸੀਂ ਸਪੈਸ਼ਲੀ ਏਬਲਡ ਪਰਸਨ ਕਹਿੰਦੇ ਆ, ਅਪੰਗ ਵਿਅਕਤੀਆਂ ਦੀ ਜਿਹੜੀ ਪੈਨਸ਼ਨ ਆ ਉਹ ਪੈਨਸ਼ਨ ਸੇਮ ਹੀ ਸੀਗੀ, 750 ਪਹਿਲਾਂ ਦਿੱਤੀ ਜਾਂਦੀ ਸੀ, ਹੁਣ ਉਹਨਾਂ ਦੀ ਪੈਨਸ਼ਨ ਵੀ 1500 ਹੋ ਜਾਏਗੀ। ਔਰ ਉਹਨਾਂ ਦੇ ਲਈ ਜ਼ਰੂਰੀ ਦਸਤਾਵੇਜ਼ ਇਹ ਹੈ ਕਿ ਜਿਹੜਾ ਉਹਨਾਂ ਦਾ ਡਿਸੇਬਿਲਟੀ ਪ੍ਰੂਫ ਆ ਉਹ ਸਿਵਲ ਸਰਜਨ ਦਫ਼ਤਰ ਦੁਆਰਾ 50% ਦਾ ਹੋਣਾ ਜ਼ਰੂਰੀ ਹੈ। 50% ਤੋਂ ਘੱਟ ਵਾਲਿਆਂ ਲਈ ਜਿਹੜੀ ਹੈਗੀ ਉਹ ਪੈਨਸ਼ਨ ਦੀ ਜਿਹੜੀ ਸਹਾਇਤਾ ਨਹੀਂ ਦਿੱਤੀ ਜਾਂਦੀ। ਜਿਨ੍ਹਾਂ ਦੀ ਡਿਸੇਬਿਲਟੀ 50% ਆ ਜਾਂ 50% ਆ ਜਾਂ 50% ਤੋਂ ਅਬਵ ਵਾ, ਉਹ ਸਾਰੇ ਹੀ ਇਸ ਪੈਨਸ਼ਨ ਨੂੰ ਲੈਣ ਦੇ ਜੋ ਉਮੀਦਵਾਰ ਬਣਦੇ। ਠੀਕ ਹੈ ਜੀ।
ਔਰ ਮੈਮ ਆਪਾਂ ਇਸ ਤੋਂ ਪਹਿਲਾਂ ਜਿਹੜੇ UDID ਕਾਰਡਸ ਦਾ ਵੀ ਫੇਸਬੁੱਕ ਲਾਈਵ ਵੀ ਕੀਤਾ ਸੀ, ਆਪਾਂ ਡਿਪਾਰਟਮੈਂਟ ਵੱਲੋਂ ਅਪੀਲਾਂ ਵੀ ਕਰ ਰਹੇ ਹਾਂ। ਰਾਈਟ, ਹਾਂਜੀ। UDID ਕਾਰਡ ਦਾ ਤੁਸੀਂ ਸਾਨੂੰ ਦੁਬਾਰਾ ਤੋਂ ਸੰਖੇਪ ਚ ਦੱਸ ਦਿਓ ਕਿ ਇਹਦਾ ਕੀ ਫਾਇਦਾ ਹੈ ਤੇ ਕੀ ਇਹਦਾ ਪ੍ਰੋਸੀਜਰ ਹੈ। ਕਿ UDID ਕਾਰਡ ਆ ਜਿਹੜਾ ਉਹ ਸਪੈਸ਼ਲੀ ਏਬਲਡ ਵਿਅਕਤੀਆਂ ਦੇ ਲਈ ਹੀ ਬਣਿਆ ਹੋਇਆ ਵਾ। ਸਿਰਫ ਜਿਹੜੇ ਦਿਵਿਆਂਗ ਵਿਅਕਤੀ ਨੇ ਸਾਡੇ ਸਮਾਜ ਦੇ ਵਿੱਚ ਜੋ ਕੁਝ ਰਹਿ ਰਹੇ ਨੇ ਉਹੀ ਜਿਹੜੇ ਨੇ UDID ਕਾਰਡ ਦਾ ਬੈਨੀਫਿਟ ਲੈ ਸਕਦੇ ਨੇ। ਉਹਦੇ ਵਿੱਚ ਉਹਦੇ ਬੈਨੀਫਿਟ ਕੀ ਹੈ ਕਿ ਜਿੱਦਾਂ ਲਾਈਕ ਪਹਿਲਾਂ ਜਿਹੜੇ ਦਿਵਿਆਂਗ ਵਿਅਕਤੀਆਂ ਦੇ ਮੈਡੀਕਲ ਸਰਟੀਫਿਕੇਟ ਬਣੇ ਹੁੰਦੇ ਨੇ ਉਹ ਜਸਟ ਲਾਈਕ ਪਹਿਲਾਂ ਇਸ ਤਰ੍ਹਾਂ ਹੁੰਦੇ ਨੇ, ਇੱਕ ਇੰਨੇ ਵੱਡੇ ਪੇਜ ਦੇ ਹੁੰਦੇ ਨੇ। ਔਰ UDID ਕੀ ਹੈ, ਉਹਨਾਂ ਨੂੰ ਵੀ ਡਿਜੀਟਲ ਕਰਨਾ ਕਿ ਇਹਨਾਂ ਮੈਡੀਕਲ ਸਰਟੀਫਿਕੇਟਾਂ ਨੂੰ ਡਿਜੀਟਲ ਕਰਕੇ ਸਿਰਫ ਹੀ ਇੱਕ ਛੋਟੇ ਜਿਹੇ ਆਧਾਰ ਕਾਰਡ ਦੀ ਫਾਰਮ 'ਚ ਆ ਜਾਣਗੇ, ਜਿਨ੍ਹਾਂ ਨੂੰ ਕੈਰੀ ਕਰਨਾ ਬਹੁਤ ਈਜ਼ੀ ਆ। ਇਸ ਤਰ੍ਹਾਂ ਦਾ ਜਿਹੜਾ ਮੈਡੀਕਲ ਸਰਟੀਫਿਕੇਟ ਅਸੀਂ ਉਹਨੂੰ ਆਪਣੀ ਪੋਕਟ ਵਿੱਚ ਨਹੀਂ ਪਾ ਸਕਦੇ ਔਰ ਬਾਰ-ਬਾਰ ਸਾਨੂੰ ਚੱਕਣਾ ਮੁਸ਼ਕਿਲ ਦਾ। ਆਧਾਰ ਕਾਰਡ ਦੀ ਫਾਰਮ ਵਿੱਚ ਕੀ ਹੋਏਗਾ, ਉਹ ਜਸਟ ਫੋਲਡ ਹੋ ਕੇ ਇੰਨਾ ਛੋਟਾ ਬਣ ਕੇ ਸਾਡੇ ਕੋਲੇ ਆ ਜਾਏਗਾ, ਜਸਟ ਇੰਨਾ ਜੀ। ਇਸ ਤਰ੍ਹਾਂ ਦਾ UDID ਕਾਰਡ ਹੋਏਗਾ, ਉਹਦੇ ਉੱਤੇ ਉਹਦੀ ਫੋਟੋ ਹੋਏਗੀ ਬੰਦੇ ਦੀ, ਨਾਲ ਉਹਨਾਂ ਦਾ ਨਾਮ ਔਰ ਉਹਦੀ ਕਿੰਨੀ ਪਰਸੈਂਟੇਜ ਆ ਔਰ ਪਰਸੈਂਟੇਜ ਕਿਹੜੀ ਕੈਟਾਗਰੀ ਦੇ ਵਿੱਚ, ਉਹ ਪਰਮਾਨੈਂਟ ਆ ਜਾਂ ਉਹ ਟੈਂਪਰੇਰੀ ਡਿਸੇਬਿਲਟੀ ਆ, ਉਹ ਹਰ ਇੱਕ ਕੰਡੀਸ਼ਨ ਆ ਜਿਹੜੀ ਉਸ ਇਸ ਤਰ੍ਹਾਂ ਦੇ UDID ਕਾਰਡ ਦੇ ਉੱਪਰ ਮੈਂਸ਼ਨ ਕੀਤੀ ਹੋਏਗੀ, ਜਿਹੜਾ ਕਿ ਉਹਨਾਂ ਨੂੰ ਕੈਰੀ ਕਰਨਾ ਬਹੁਤ ਈਜ਼ੀ ਆ। ਐਂਡ ਪਲੱਸ ਉਹਦਾ ਇੱਕ ਬੈਨੀਫਿਟ ਇਹ ਹੈ ਕਿ ਬਾਰ-ਬਾਰ ਸਾਨੂੰ ਮੈਡੀਕਲ ਸਰਟੀਫਿਕੇਟ ਬਣਾਉਣ ਦੇ ਲਈ ਹਸਪੀਟਲ 'ਚ ਗੇੜੇ ਨਹੀਂ ਲਾਉਣੇ ਪੈਣਗੇ। ਇੱਕੋ ਵਾਰ ਤੁਹਾਡਾ UDID ਕਾਰਡ ਬਣ ਗਿਆ ਔਰ ਪੂਰੇ ਭਾਰਤ ਦੇ ਵਿੱਚ ਲਾਗੂ ਰਹੇਗਾ ਔਰ ਜਿਹਦੇ ਨਾਲ ਤੁਹਾਨੂੰ ਟਰੈਵਲ ਕਰਨ ਦੇ ਵਿੱਚ ਵੀ ਸੌਖ ਮਹਿਸੂਸ ਹੋਏਗੀ। ਔਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਸਰਕਾਰੀ ਸਕੀਮ ਦਾ ਲਾਭ ਲੈਣਾ ਵਾ ਤਾਂ ਉਹਨਾਂ ਸਾਰੀਆਂ ਸਕੀਮਾਂ ਦੇ ਵਿੱਚ UDID ਕਾਰਡ ਆ ਜਿਹੜਾ ਉਹ ਇੱਕ ਮੇਨ ਤੁਹਾਡਾ ਡਾਕੂਮੈਂਟ ਬਣ ਜਾਏਗਾ। ਭਾਵ ਕਿ ਜੇ ਆਪਾਂ ਪੰਜਾਬ ਸਰਕਾਰ ਦੀਆਂ ਜਾਂ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣਾ ਤਾਂ ਸਾਡੇ ਇੱਕੋ ਕਾਰਡ ਥਰੂ ਇੱਕੋ ਕਾਰਡ, ਬਿਲਕੁਲ ਜੀ ਬਿਲਕੁਲ, ਉਹ ਇੱਕੋ ਕਾਰਡ ਦੇ ਥਰੂ ਹੀ ਉਸ ਡਿਸੇਬਲ ਪਰਸਨ ਨੂੰ ਉਹ ਸਾਰੀਆਂ ਸਕੀਮਾਂ ਦਾ ਲਾਭ ਮਿਲ ਸਕੇਗਾ। ਤੇ ਮੈਮ ਇਹਨੂੰ ਅਪਲਾਈ ਕਿਵੇਂ ਕਰਨਾ ਹੈ? ਇਹਨਾਂ ਨੂੰ ਅਪਲਾਈ ਕਰਨ ਲਈ ਜਾਂ ਤਾਂ ਅਸੀਂ ਆਪਣੇ ਹੀ ਮੋਬਾਈਲ ਫੋਨ ਤੋਂ ਜਾਂ ਆਪਣੇ ਹੀ ਘਰ ਬੈਠ ਕੇ ਲੈਪਟਾਪ ਤੋਂ ਵੀ ਅਪਲਾਈ ਕਰ ਸਕਦੇ ਹਾਂ ਜਾਂ ਨੇੜੇ ਦੇ ਕਿਸੇ ਸੇਵਾ ਕੇਂਦਰ ਤੋਂ ਵੀ ਅਪਲਾਈ ਕੀਤਾ ਜਾ ਸਕਦਾ। ਅਗਰ ਕਿਸੇ ਨੂੰ ਇਹਦੇ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਆ ਜਾਂ ਕਿਸੇ ਨੇ ਪਹਿਲਾਂ ਅਪਲਾਈ ਕੀਤਾ ਉਹਨਾਂ ਦਾ ਅਜੇ ਤੱਕ ਬਣ ਕੇ ਨਹੀਂ ਆਇਆ ਜਾਂ ਉਹਨਾਂ ਦੇ ਅਪਲਾਈ ਕੀਤਾ ਸੀ ਕਿਸੇ ਵਜ੍ਹਾ ਕਰਕੇ ਰਿਜੈਕਟ ਹੋ ਗਿਆ ਤਾਂ ਉਹ ਆਪਣੇ ਸਿਵਲ ਸਰਜਨ ਦਫ਼ਤਰ ਜਾ ਕੇ ਉੱਥੇ ਮਿਲ ਸਕਦੇ ਨੇ। ਸਿਵਲ ਸਰਜਨ ਦਫ਼ਤਰ ਦੇ ਵਿੱਚ ਅਸੀਂ ਨਾਮ ਦੱਸ ਦਿੰਦੀ ਹਾਂ ਮੈਂ, ਉੱਥੇ ਜਿਹੜਾ ਸੋਰਸ ਪਰਸਨ ਜਿਹਨਾਂ ਨੂੰ ਆਪਾਂ ਮਿਲ ਸਕਦੇ ਹਾਂ ਕਸ਼ਮੀਰ ਸਿੰਘ ਨਾਮ ਦਾ ਲੜਕਾ ਵਾ, ਅਸੀਂ ਉਹਨਾਂ ਨਾਲ ਜਾ ਕੇ ਕੰਟੈਕਟ ਕਰ ਸਕਦੇ ਹਾਂ ਕਿ ਅਸੀਂ ਆਪਣਾ UDID ਕਾਰਡ ਅਪਲਾਈ ਕੀਤਾ ਸੀ ਔਰ ਕਿਸੇ ਵਜ੍ਹਾ ਕਰਕੇ ਰਿਜੈਕਟ ਹੋ ਗਿਆ ਜਾਂ ਉਹ ਅਜੇ ਤੱਕ ਬਣ ਕੇ ਨਹੀਂ ਆਇਆ। ਜੋ ਵੀ ਤੁਹਾਡੀਆਂ ਸਮੱਸਿਆਵਾਂ ਨੇ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਨਿਪਟਾਰਾ ਵਾ UDID ਕਾਰਡ ਦੇ ਨਾਲ ਸੰਬੰਧਿਤ ਸਮੱਸਿਆਵਾਂ ਦਾ ਨਿਪਟਾਰਾ ਉਹ ਸਿਵਲ ਸਰਜਨ ਦਫ਼ਤਰ ਹੀ ਕੀਤਾ ਜਾਏਗਾ। ਤੇ ਮੈਮ ਕੋਈ ਵੈਬਸਾਈਟ ਹੋਏਗੀ ਜਾਂ ਕੋਈ ਕੰਟੈਕਟ ਨੰਬਰ ਜੇ ਕਿਸੇ ਨੇ ਖੁਦ ਅਪਲਾਈ ਕਰਨਾ ਹੈ ਤਾਂ ਕੋਈ ਕੰਟੈਕਟ ਕਰ ਸਕੇ ਨਾ ਜਾਂ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਲੈ ਸਕੇ? ਜੀ ਹਾਂਜੀ, ਇਹਦੇ ਲਈ ਵੈਬਸਾਈਟ ਹੈਗੀ ਹੈ ਕਿ www.smavlamban.com, ਜਿਹਦੇ ਤੇ ਜਾ ਕੇ ਉਹ ਆਪਣੇ ਆਪ ਨੂੰ ਆਨਲਾਈਨ ਰਜਿਸਟਰਡ ਕਰਵਾ ਸਕਦੇ ਨੇ UDID ਕਾਰਡ ਦੇ ਲਈ। ਜੀ। ਔਰ ਮੈਮ ਜੇ ਆਪਾਂ ਗੱਲ ਕਰੀਏ ਬੱਚਿਆਂ ਦੀ, ਛੋਟੇ ਬੱਚਿਆਂ ਲਈ, ਖਾਸ ਕਰਕੇ ਜਦੋਂ ਹੁਣ ਕੋਵਿਡ ਸੀ ਬਹੁਤ ਜ਼ਿਆਦਾ ਸੀ ਤਾਂ ਬਹੁਤ ਸਾਰੇ ਬੱਚੇ ਇੱਦਾਂ ਦੇ ਸੀ ਜਿਨ੍ਹਾਂ ਦੇ ਮਾਤਾ ਦੀ, ਪਿਤਾ ਦੀ ਜਾਂ ਦੋਨੋਂ ਪੈਰੈਂਟਸ ਦੀ ਡੈਥ ਹੋ ਗਈ ਹੈ। ਹਾਂਜੀ ਹਾਂਜੀ। ਕੀ ਡਿਪਾਰਟਮੈਂਟ ਵੱਲੋਂ ਅਜਿਹੇ ਬੱਚਿਆਂ ਲਈ ਵੀ ਕੋਈ ਪੈਨਸ਼ਨ ਸਕੀਮ ਚਲਾਈ ਜਾ ਰਹੀ ਹੈ? ਜੀ ਬਿਲਕੁਲ, ਜਿਹੜੇ ਮਤਲਬ ਬੱਚੇ ਜਿਨ੍ਹਾਂ ਦੇ ਸਿੰਗਲ ਪੇਰੈਂਟਸ ਦੀ ਡੈਥ ਹੋ ਗਈ ਡਿਊ ਟੂ ਕੋਵਿਡ ਜਾਂ ਉਹਨਾਂ ਦੇ ਦੋਨੋਂ ਮਦਰ ਫਾਦਰ ਦੀ ਡੈਥ ਹੋ ਗਈ ਆ ਕੋਵਿਡ ਦੇ ਕਾਰਨ, ਤਾਂ ਉਹ ਬੱਚੇ ਨੇ ਜਿਹੜੇ ਉਹ ਆਪਣੇ ਆਪ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੋਲ ਰਜਿਸਟਰਡ ਕਰਵਾ ਸਕਦੇ ਨੇ। ਉੱਥੋਂ ਹੀ ਇਹਨਾਂ ਨੂੰ ਪੈਨਸ਼ਨ ਸਕੀਮ ਵੀ ਮਿਲੇਗੀ। ਇਹਨਾਂ ਬੱਚਿਆਂ ਨੂੰ 21 ਸਾਲ ਦੀ ਉਮਰ ਤੱਕ ਪੈਨਸ਼ਨ ਸਕੀਮ ਮਿਲੇਗੀ। ਨਾਲ ਉਹਨਾਂ ਦੀ ਮਦਰ ਅਗਰ ਵਿਡੋ ਹੋਈ ਆ ਤਾਂ ਮਦਰ ਨੂੰ ਵੀ ਵਿਡੋ ਪੈਨਸ਼ਨ ਦੇ ਵਿੱਚ ਨਾਲ ਦੀ ਨਾਲ ਇਨਕਲੂਡ ਕਰਕੇ ਉਹਨਾਂ ਨੂੰ ਤੁਰੰਤ ਉਹਨਾਂ ਦਾ ਬੈਨੀਫਿਟ ਦਿੱਤਾ ਜਾਏਗਾ। ਇਸ ਦੇ ਨਾਲ ਨਾਲ ਅਗਰ ਕਿਸੇ ਦੇ ਮਤਲਬ ਪੇਰੈਂਟਸ ਕੋਵਿਡ ਵਿੱਚ ਡੈਥ ਹੋਈ ਤਾਂ ਉਹਨਾਂ ਨੂੰ ਅਸੀਂ ਆਸ਼ੀਰਵਾਦ ਸਕੀਮ ਦੇ ਵਿੱਚ ਵੀ ਮਤਲਬ ਗਿਣਤੀ ਕੀਤੀ ਜਾਏਗੀ। ਉਹਨਾਂ ਨੂੰ ਰੁਜ਼ਗਾਰ ਤੇ ਸਵੇ ਰੁਜ਼ਗਾਰ ਸਕੀਮ ਦੇ ਵਿੱਚ ਵੀ ਜੋੜਿਆ ਜਾਏਗਾ। ਉਹਨਾਂ ਨੂੰ ਸਰਬਤ ਸਿਹਤ ਬੀਮਾ ਯੋਜਨਾ ਦਾ ਵੀ ਲਾਭ ਦਿੱਤਾ ਜਾਏਗਾ। ਉਹਨਾਂ ਨੂੰ ਫ੍ਰੀ ਜਿਹੜੀ ਹੈਗੀ ਆ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਏਗੀ ਤੇ ਉਹਨਾਂ ਦੇ ਸਮਾਰਟ ਰਾਸ਼ਨ ਕਾਰਡ ਆ ਜਿਹੜੇ ਉਹ ਸਕੀਮ ਦੇ ਵਿੱਚ ਵੀ ਉਹਨਾਂ ਸਾਰੇ ਬੱਚਿਆਂ ਨੂੰ, ਉਹਨਾਂ ਫੈਮਿਲੀ ਨੂੰ ਇਨਕਲੂਡ ਕੀਤਾ ਜਾਏਗਾ। ਤੇ ਮੈਮ ਇਹਦੇ ਰਿਗਾਰਡਿੰਗ ਜੇ ਹੁਣ ਬੱਚਾ ਛੋਟਾ ਹੈ ਉਹ ਖੁਦ ਅਪਲਾਈ ਨਹੀਂ ਕਰ ਸਕਦਾ ਤਾਂ ਉਹਦੀ ਜਗ੍ਹਾ ਕੌਣ ਅਪਲਾਈ ਕਰ ਸਕਦਾ ਹੈ? ਦੇਖੋ, ਅਗਰ ਬੱਚਾ ਬਿਲਕੁਲ ਹੀ ਔਰਫਨ ਹੋ ਗਿਆ, ਮਤਲਬ ਉਹਦੇ ਦੋਨੋਂ ਮਦਰ ਫਾਦਰ ਦੀ ਡੈਥ ਹੋ ਗਈ ਆ, ਤਾਂ ਕੋਈ ਉਹਨਾਂ ਦਾ ਗਾਰਡੀਅਨ ਹੋਏਗਾ, ਕੋਈ ਉਹਦਾ ਚਾਚਾ ਤਾਇਆ, ਕੋਈ ਉਹਨਾਂ ਦਾ ਰਿਲੇਟਿਵ ਉਹਨਾਂ ਦੇ ਕੋਲ ਰਹਿ ਰਹੇ ਹੋਣਗੇ ਤਾਂ ਉਹ ਉਹਨਾਂ ਦੇ ਨਾਲ ਆਪਣੀ ਪੈਨਸ਼ਨ ਅਪਲਾਈ ਕਰ ਸਕਦੇ ਨੇ। ਅਗਰ ਫਾਦਰ ਦੀ ਡੈਥ ਹੋਈ ਆ ਤਾਂ ਮਦਰ ਦੇ ਨਾਲ ਆਪਣੀ ਉਹ ਪੈਨਸ਼ਨ ਅਪਲਾਈ ਕਰ ਸਕਦੇ ਨੇ। ਮਦਰ ਦੀ ਵਿਡੋ ਪੈਨਸ਼ਨ ਲੱਗ ਜਾਏਗੀ, ਜਿਹਨੂੰ ਆਪਾਂ ਵਿਧਵਾ ਪੈਨਸ਼ਨ ਕਹਿੰਦੇ ਆ, ਔਰ ਬੱਚਿਆਂ ਦੀ ਦੋਨਾਂ ਦੀ ਪੈਨਸ਼ਨ ਲੱਗ ਜਾਏਗੀ।
ਔਰ ਅਗਰ ਉਹਨਾਂ ਦੇ ਮਦਰ ਦੀ ਡੈਥ ਹੋਈ ਆ ਤਾਂ ਮਦਰ ਦੀ ਡੈਥ ਦੇ ਕੇਸ ਵਿੱਚ ਕੀ ਹੈ ਕਿ ਅਗਰ ਫਾਦਰ ਬੈੱਡ ਰਿਡਨ ਆ, ਬੈੱਡ ਰਿਡਨ ਮੀਨਸ ਕਿ ਉਹ ਬਿਲਕੁਲ ਹੀ ਕੰਮ ਨਹੀਂ ਕਰ ਸਕਦੇ ਔਰ ਬੈੱਡ ਤੇ ਪਏ ਨੇ ਕਿਸੇ ਵੀ ਵਜ੍ਹਾ ਕਰਕੇ, ਤਾਂ ਉਹਨਾਂ ਬੱਚਿਆਂ ਨੂੰ ਪੈਨਸ਼ਨ ਲੱਗੇਗੀ। ਅਗਰ ਉਹ ਫਾਦਰ ਵਰਕਿੰਗ ਨੇ ਤਾਂ ਉਹਨਾਂ ਬੱਚਿਆਂ ਨੂੰ ਅਸੀਂ ਇਸ ਬੈਨੀਫਿਟ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਦੇ ਫਾਦਰ ਕਮਾਊ ਮੰਨੇ ਜਾਣਗੇ, ਕਿਉਂਕਿ ਅਗਰ ਘਰ ਦੇ ਕਮਾਊ ਮੈਂਬਰ ਦੀ ਮੌਤ ਹੁੰਦੀ ਆ ਤਾਂ ਇਹ ਬੈਨੀਫਿਟ ਮਿਲੇਗਾ, ਅਗਰ ਘਰ ਦੇ ਕਮਾਊ ਮੈਂਬਰ ਦੀ ਡੈਥ ਨਹੀਂ ਹੁੰਦੀ ਤਾਂ ਉਹਨਾਂ ਨੂੰ ਇਹ ਬੈਨੀਫਿਟ ਨਹੀਂ ਮਿਲਦਾ ਜੀ। ਤੇ ਮੈਮ ਜ਼ਿਲ੍ਹੇ 'ਚ ਆਪਾਂ ਕਿੰਨੇ ਬੱਚਿਆਂ ਨੂੰ ਇਹ ਪੈਨਸ਼ਨ ਦਾ ਲਾਭ ਦੇ ਚੁੱਕੇ? ਸਾਡੇ ਕੋਲ ਜੀ ਇਸ ਟਾਈਮ ਤੱਕ ਟੋਟਲ 42 ਬੱਚੇ ਰਜਿਸਟਰਡ ਹੋਏ ਸੀ ਜਿਨ੍ਹਾਂ ਦੇ ਸਿੰਗਲ ਪੇਰੈਂਟਸ ਜਾਂ ਦੋਨੋਂ ਪੇਰੈਂਟਸ ਦੀ ਡੈਥ ਹੋਈ ਸੀ। ਉਹਨਾਂ ਸਾਰੇ ਬੱਚਿਆਂ ਨੂੰ ਦੇ ਵਿੱਚੋਂ 42 ਬੱਚਿਆਂ ਦੇ ਵਿੱਚੋਂ 21 ਬੱਚਿਆਂ ਨੂੰ ਪੈਨਸ਼ਨ ਸਕੀਮ ਦਾ ਲਾਭ ਦਿੱਤਾ ਜਾ ਚੁੱਕਿਆ। ਬਾਕੀ ਬੱਚੇ ਜਿਹੜੇ ਹੈਗੇ ਨੇ ਉਹ ਅੰਡਰ ਪ੍ਰੋਸੈਸ ਨੇ, ਉਹਨਾਂ ਦੇ ਕਿਸੇ ਦੇ ਡੈਥ ਸਰਟੀਫਿਕੇਟ ਨਹੀਂ ਬਣ ਕੇ ਆਇਆ, ਕਿਸੇ ਦੇ ਹਜੇ ਡਾਕੂਮੈਂਟ ਨੇ ਜਿਹੜੇ ਉਹ ਕੁਝ ਵਜ੍ਹਾ ਕਰਕੇ ਇਨਕੰਪਲੀਟ ਨੇ, ਉਹ ਵੀ ਜਲਦੀ ਪੂਰੇ ਕਰਕੇ ਉਹਨਾਂ ਬੱਚਿਆਂ ਨੂੰ ਵੀ ਇਸ ਚੀਜ਼ ਦਾ ਬੈਨੀਫਿਟ ਦਿੱਤਾ ਜਾਏਗਾ। ਔਰ ਇਹਦੇ ਵਿੱਚ ਜਿਹੜੀਆਂ ਬਾਕੀ ਸਕੀਮਾਂ ਨੇ ਉਹ ਜਿਵੇਂ ਜਿਵੇਂ ਬੱਚੇ ਉਸਦੀ ਐਲੀਜੀਬਿਲਟੀ ਪੂਰੀ ਕਰਦੇ ਜਾਣਗੇ ਉਹ ਵੀ ਉਹਨਾਂ ਸਕੀਮਾਂ ਦਾ ਲਾਭ ਆ ਜਿਹੜਾ ਉਹਨਾਂ ਨੂੰ ਦਿੱਤਾ ਜਾਏਗਾ। ਤੇ ਕੀ ਹੁਣ ਵੀ ਉਹ ਕੋਈ ਅਪਲਾਈ ਕਰ ਸਕਦਾ ਹੈ ਇਹਦੇ ਲਈ? ਜੀ ਹਾਂਜੀ, ਅਗਰ ਕਿਸੇ ਦੇ ਮਤਲਬ ਫੈਮਿਲੀ 'ਚ ਇਸ ਤਰ੍ਹਾਂ ਦੀ ਪ੍ਰੋਬਲਮ ਹੋਈ ਆ ਕੋਵਿਡ ਕਰਕੇ ਤਾਂ ਉਹ ਆਪਣੇ ਆਪ ਨੂੰ ਜ਼ਿਲ੍ਹੇ ਦੇ ਬਾਲ ਸੁਰੱਖਿਆ ਅਫਸਰ ਕੋਲ ਰਜਿਸਟਰ ਕਰਾ ਸਕਦੇ ਨੇ। ਤੇ ਮੈਮ ਇਹਦੇ ਅੰਡਰ ਆਪਾਂ ਕਿੰਨੀ ਰਾਸ਼ੀ ਦੇ ਰਹੇ ਹਾਂ? ਆਪਾਂ ਮੰਥਲੀ ਦੇ ਰਹੇ ਹਾਂ, ਐਨੂਅਲੀ ਦੇ ਰਹੇ ਹਾਂ? ਇਹਦੇ ਅੰਡਰ ਮੰਥਲੀ ਹੀ ਆਪਾਂ ਪੈਨਸ਼ਨ ਦੇ ਰਹੇ ਹਾਂ ਉਹਨਾਂ ਨੂੰ, ਜਿਹੜੀ ਕਿ ਹੁਣ ਤੱਕ ਉਹਨਾਂ ਨੂੰ 750 ਦੇ ਨਾਲ ਅਦਾਇਗੀ ਕੀਤੀ ਗਈ ਆ। ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਕਿ ਪੈਨਸ਼ਨ ਵੱਧ ਕੇ ਡਬਲ ਹੋ ਚੁੱਕੀ ਆ ਉਦੋਂ ਤੋਂ ਉਹ ਉਹਨਾਂ ਨੂੰ ਡਬਲ ਪੈਨਸ਼ਨ ਦਾ ਬੈਨੀਫਿਟ ਦਿੱਤਾ ਜਾਏਗਾ। ਆਂਗਨਵਾੜੀ ਵਰਕਰ ਦੇ ਥਰੂ? ਹਾਂਜੀ ਮੈਮ, ਇਹਦਾ ਕੀ ਪ੍ਰੋਸੀਜਰ ਹੈ? ਇਹ ਜਿਹੜੀ ਹੈਗਾ ਜਿੱਦਾਂ ਲਾਈਕ ਜੇ ਉਹ ਆਪਣੇ ਪਿੰਡੂ ਏਰੀਆ ਦੇ ਵਿੱਚ ਕਿਸੇ ਦੀ ਡੈਥ ਹੋਈ ਤਾਂ ਆਪਣੀ ਆਂਗਨਵਾੜੀ ਵਰਕਰ ਦੇ ਥਰੂ ਵੀ ਅਪਲਾਈ ਕਰ ਸਕਦੇ ਨੇ ਜੀ। ਔਰ ਅਗਰ ਸਿਟੀ ਦੇ ਵਿੱਚ ਆ ਤਾਂ ਉੱਥੇ ਆਪਣੀ ਆਂਗਨਵਾੜੀ ਵਰਕਰ ਨੂੰ, ਸੁਪਰਵਾਈਜ਼ਰ ਨੂੰ ਜਾਂ ਸੰਬੰਧਿਤ ਜਿਹੜਾ CDPO ਦਫ਼ਤਰ ਵਾ ਜ਼ਿਲ੍ਹੇ ਦਾ, ਉਸੇ CDPO ਦਫ਼ਤਰ ਆ ਕੇ ਵੀ ਆਪਣੀ ਅਰਜੀ ਪੱਤਰ ਦੇ ਕੇ ਉਹ ਆਪਣੇ ਆਪ ਨੂੰ ਰਜਿਸਟਰ ਕਰਵਾ ਕੇ ਇਹਨਾਂ ਸਕੀਮਾਂ ਦਾ ਲਾਭ ਲੈ ਸਕਦੇ ਨੇ। ਠੀਕ ਹੈ ਮੈਮ। ਤੇ ਅਖੀਰ ਵਿੱਚ ਕੋਈ ਜੀ ਅਪੀਲ ਕਰਨੀ ਚਾਹੋ ਜਾਂ ਫਿਰ ਕਿਸੇ ਸਕੀਮ ਬਾਰੇ ਦੱਸਣਾ ਚਾਹੋ? ਖਾਸ ਕਰਕੇ ਕੁਝ ਸਕੀਮਾਂ ਦੇ ਨਾਮ ਤੇ ਬੜੀ ਠੱਗੀ ਹੁੰਦੀ ਹੈ ਅਪਲਾਈ ਕਰਾਉਣ ਲਈ, ਕੁਝ ਏਜੰਟ ਵੀ ਹੁੰਦੇ ਆ, ਉਸ ਬਾਰੇ ਤੁਸੀਂ ਕੁਝ ਦੱਸਣਾ ਚਾਹੋ? ਦੇਖੋ ਇਸ ਤਰ੍ਹਾਂ ਆ ਕਿ ਜਿਹੜੀਆਂ ਪੈਨਸ਼ਨ ਸਕੀਮਾਂ ਮਿਲਦੀਆਂ ਨੇ ਇਹਨਾਂ ਦੇ ਲਈ ਅਗਰ ਤੁਸੀਂ ਮਤਲਬ ਜਿੱਦਾਂ ਮੈਡਮ ਨੇ ਕੁਐਸਚਨ ਕੀਤਾ ਕਿ ਕਈ ਵਾਰ ਲੋਕ ਕਿਸੇ ਦੇ ਬਹਿਕਾਵੇ ਵਿੱਚ ਆ ਜਾਂਦੇ ਨੇ ਕਿ ਜੀ ਸਾਨੂੰ ਅਸੀਂ ਪੈਨਸ਼ਨ ਅਪਲਾਈ ਕਰਨ ਲੱਗੇ ਸਾਨੂੰ ਕਿਸੇ ਨੇ ਮਿਸਗਾਈਡ ਕਰਤਾ, ਤਾਂ ਸਭ ਤੋਂ ਸੌਖਾ ਤਰੀਕਾ ਜਿਹੜਾ ਹਰ ਇੱਕ ਦੀ ਪਹੁੰਚ ਦੇ ਵਿੱਚ ਆ ਉਹ ਇਹ ਹੈ ਕਿ ਤੁਸੀਂ ਆਪਣੇ ਡਾਕੂਮੈਂਟਸ ਕੰਪਲੀਟ ਕਰਕੇ ਨੇੜੇ ਦੇ ਸੇਵਾ ਕੇਂਦਰ ਪਹੁੰਚੋ। ਉੱਥੇ ਜਾ ਕੇ ਤੁਸੀਂ ਸੇਵਾ ਕੇਂਦਰ ਦੇ ਲਈ ਕਾਊਂਟਰ ਤੇ ਜਾ ਕੇ ਕਹੋ ਕਿ ਅਸੀਂ ਆਪਣੀ ਬੁਢਾਪਾ ਪੈਨਸ਼ਨ ਲਈ ਅਪਲਾਈ ਕਰਨਾ, ਅਸੀਂ ਵਿਡੋ ਪੈਨਸ਼ਨ ਲਈ ਅਪਲਾਈ ਕਰਨਾ, ਅਸੀਂ ਡਿਸੇਬਲ ਪੈਨਸ਼ਨ ਲਈ ਅਪਲਾਈ ਕਰਨਾ। ਉਸੇ ਪੈਨਸ਼ਨ ਦੇ ਲਈ ਤੁਸੀਂ ਸੇਵਾ ਕੇਂਦਰ ਤੋਂ ਆਨਲਾਈਨ ਅਪਲਾਈ ਕਰ ਸਕਦੇ ਹੋ। ਉੱਥੋਂ ਆਨਲਾਈਨ ਜਦੋਂ ਤੁਸੀਂ ਅਪਲਾਈ ਕਰੋਗੇ ਤਾਂ ਤੁਹਾਨੂੰ ਇੱਕ ਰਸੀਦ ਦਿੱਤੀ ਜਾਊਗੀ, ਉਹ ਤੁਹਾਡੇ ਕੋਲ ਇੱਕ ਡਾਕੂਮੈਂਟ ਪੁੱਜੇਗਾ ਕਿ ਤੁਹਾਨੂੰ ਰਸੀਦ ਮਿਲ ਗਈ, ਤੁਹਾਡੀ ਪੈਨਸ਼ਨ ਚਲੀ ਗਈ ਆ। ਤੁਹਾਡੇ ਅਗਰ ਕਾਗਜ਼ਾਤ ਬਿਲਕੁਲ ਪੂਰੇ ਨੇ, ਕੋਈ ਕਿਸੇ ਤਰ੍ਹਾਂ ਦੀ ਵੀ ਉਹਦੇ ਵਿੱਚ ਕੋਈ ਕਮੀ ਤੁਸੀਂ ਨਹੀਂ ਛੱਡੀ, ਤਾਂ ਉਹ ਜਿਹੜੀ ਆਨਲਾਈਨ ਪੈਨਸ਼ਨ ਅਪਲਾਈ ਕੀਤੀ ਹੋਈ ਸੰਬੰਧਿਤ ਦਫ਼ਤਰਾਂ ਕੋਲ ਆਨਲਾਈਨ ਹੀ ਪ੍ਰੋਸੈਸ ਹੁੰਦੀ ਜਾਏਗੀ ਤੇ ਅੱਗੇ ਜਾ ਕੇ ਫਾਈਨਲ ਸਟੇਜ ਤੇ ਜਿਹੜਾ ਸਮਾਜਿਕ ਸੁਰੱਖਿਆ ਅਫਸਰ ਦੇ ਦਫ਼ਤਰ ਵਿਖੇ ਪਹੁੰਚੇਗੀ, ਉੱਥੋਂ ਉਹਨੂੰ ਅਸੀਂ ਟਾਈਮਲੀ ਹੀ ਪ੍ਰੂਵ ਕਰ ਦਿੰਦੇ ਹਾਂ। ਕਿਉਂਕਿ ਆਨਲਾਈਨ ਜਿਹੜਾ ਸਿਸਟਮ ਆ ਸਭ ਤੋਂ ਈਜ਼ੀ ਸਿਸਟਮ ਆ, ਕਿਉਂਕਿ ਉਹਦੇ ਵਿੱਚ ਸਾਡੇ ਕੋਲ ਲਿਮਿਟੇਸ਼ਨਸ ਹੁੰਦੀਆਂ ਕਿ ਅਸੀਂ ਇੱਕ ਐਪਲੀਕੇਸ਼ਨ ਨੂੰ ਇੱਕ ਜਿਹੜੇ ਹੈਗੇ ਬਾਕਸ ਉਹਦੇ ਵਿੱਚ 5 ਦਿਨ ਸਟੈਂਡ ਕਰ ਸਕਦੇ ਹਾਂ, ਇੱਕ ਅਫਸਰ ਕੋਲ 10 ਦਿਨ ਰੁਕ ਸਕਦੀ ਆ, ਤਾਂ ਅਸੀਂ ਉਹਨੇ ਜਲਦੀ ਪ੍ਰੋਸੈਸ ਦੇ ਵਿੱਚ ਉਹਨਾਂ ਨੂੰ ਪਾਉਂਦੇ ਹੋਏ ਉਹਨੂੰ ਪਾਸ ਕਰ ਦਿੰਦੇ ਹਾਂ। ਜਿਹੜੀ ਆਫਲਾਈਨ ਮੋਡ ਹੁੰਦਾ ਕਈ ਵਾਰ ਇਹ ਕੀ ਹੁੰਦਾ ਕਿ ਆਫਲਾਈਨ ਦੇ ਵਿੱਚ ਫਾਰਮ ਉਹ ਕਿਤੇ ਇੱਧਰ ਉੱਧਰ ਹੋਣ ਦਾ ਬਹੁਤ ਜ਼ਿਆਦਾ ਖਤਰਾ ਰਹਿੰਦਾ। ਇਸ ਕਰਕੇ ਮੇਰੀ ਅਪੀਲ ਆ ਕਿ ਪੈਨਸ਼ਨਾਂ ਦੇ ਲਈ ਤੁਸੀਂ ਆਪਣੇ ਆਪ ਨੂੰ ਬਹੁਤ ਈਜ਼ੀ ਪ੍ਰੋਸੈਸ ਦੇ ਥਰੂ ਹੁੰਦੇ ਹੋਏ ਆਨਲਾਈਨ ਲਈ ਅਪਲਾਈ ਕਰੋ ਤੇ ਤੁਰੰਤ ਤੁਸੀਂ ਇਹਨਾਂ ਸੇਵਾਵਾਂ ਦਾ ਲਾਭ ਲੈ ਸਕਦੇ ਹੋ। ਤੇ ਨਾਲ ਹੀ ਦੂਜੇ ਇਹ ਹੈ ਗੱਲ ਕਿ ਇਹ ਸਾਰੀਆਂ ਸਕੀਮਾਂ ਚਾਹੇ ਬੁਢਾਪਾ ਪੈਨਸ਼ਨ ਹੋ ਗਈ, ਵਿਧਵਾ ਪੈਨਸ਼ਨ ਹੋ ਗਈ, ਆਸ਼ਰਿਤ ਬੱਚਿਆਂ ਦੀ, ਅਪੰਗ ਬੱਚਿਆਂ ਦੀ ਪੈਨਸ਼ਨ ਹੋ ਗਈ, ਇਹ ਸਾਰੀਆਂ ਪੈਨਸ਼ਨਾਂ ਜਿਹੜੀਆਂ ਨੇ ਆਪਣੇ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਬਿਲਕੁਲ ਟਾਈਮਲੀ ਸਭ ਨੂੰ ਜਾ ਰਹੀਆਂ ਨੇ। ਅਗਰ ਕਿਸੇ ਦੀ ਵੀ ਕਿਸੇ ਤਰ੍ਹਾਂ ਦੀ ਪੈਨਸ਼ਨ ਨੂੰ ਲੈ ਕੇ ਕੋਈ ਵੀ ਸਮੱਸਿਆ, ਕਿਸੇ ਦੀ ਕੋਈ ਵੀ ਸਮੱਸਿਆ ਹੋ ਸਕਦੀ ਹੈ ਪੈਨਸ਼ਨ, ਤਾਂ ਉਹ ਤੁਰੰਤ ਆ ਕੇ ਮੇਰੇ ਦਫ਼ਤਰ ਵਿਖੇ ਆ ਕੇ ਮੈਨੂੰ ਮਿਲ ਸਕਦੇ ਨੇ ਕਿ ਜੀ ਸਾਡੀ ਆਹ ਸਮੱਸਿਆ ਵਾ, ਸਾਡੀ ਪੈਨਸ਼ਨ ਜਾਂ ਇਸ ਵਜ੍ਹਾ ਕਰਕੇ ਨਹੀਂ ਆਈ ਜਾਂ ਸਾਨੂੰ ਕੋਈ ਦਿੱਕਤ ਆ ਇਹਦੇ ਵਿੱਚ, ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਪੈਨਸ਼ਨ ਦੀ ਅਪਲਾਈ ਕਿੱਦਾਂ ਕਰਨਾ। ਕਿਸੇ ਵੀ ਦਿਨ ਵਰਕਿੰਗ ਡੇ 'ਚ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਵਾਲੇ ਦਿਨ ਤੱਕ 9 ਤੋਂ 5 ਵਜੇ ਤੱਕ ਆ ਕੇ ਮੇਰੇ ਦਫ਼ਤਰ ਵਿਖੇ ਮੈਨੂੰ ਮਿਲ ਸਕਦੇ ਨੇ ਔਰ ਆਪਣੀ ਜੋ ਵੀ ਉਹਨਾਂ ਦੀ ਵੀ ਸਮੱਸਿਆ ਹੋ ਮੇਰੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਊ ਕਿ ਉਸ ਸਮੱਸਿਆ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਔਰ ਇਹਦੇ ਨਾਲ ਨਾਲ ਇਹ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸੀ ਔਰ ਭਾਰਤ ਸਰਕਾਰ ਵੱਲੋਂ ਵੀ ਵਿਧਵਾ ਪੈਨਸ਼ਨ, 올ਡ ਏਜ ਪੈਨਸ਼ਨ ਤੇ ਡਿਸੇਬਲ ਬੱਚਿਆਂ ਨੂੰ ਪੈਨਸ਼ਨ ਦਿੱਤੀ ਜਾਂਦੀ ਆ ਔਰ ਉਹਦੇ ਨਾਲ ਨਾਲ ਇੱਕ ਰਾਸ਼ਟਰੀ ਪਰਿਵਾਰਕ ਸਕੀਮ ਦੇ ਤਹਿਤ ਪੈਨਸ਼ਨ ਦਿੱਤੀ ਜਾਂਦੀ ਹੈ, ਜਿਹਦੇ ਵਿੱਚ ਕੀ ਹੈ
ਕਿ ਅਗਰ ਕੋਈ ਪਰਿਵਾਰ BPL ਮਤਲਬ ਕਿ ਬਿਲੋ ਪਾਵਰਟੀ ਲਾਈਨ ਰਹਿ ਰਿਹਾ ਵਾ ਔਰ ਉਹਦੇ ਵਿੱਚ ਉਸ ਘਰ ਦੇ ਕਮਾਊ ਦੀ ਮੌਤ ਹੋ ਜਾਂਦੀ ਹੈ ਜਿਹਦੀ ਉਮਰ 60 ਸਾਲ ਤੱਕ ਵਾ ਜੀ ਉਹ ਤਾਂ ਉਸ ਵਿਧਵਾ ਔਰਤ ਨੂੰ ਇੱਕੋ ਵਾਰ ਦੇ ਵਿੱਚ ਅਸੀਂ 20,000 ਦੀ ਰਾਸ਼ੀ ਦਿੰਨੇ ਹਾਂ। ਕੰਡੀਸ਼ਨ ਇਹਦੇ ਵਿੱਚ ਇਹ ਰਹੀ ਹੈ ਸਾਡੇ ਕੋਲ ਕਿ ਉਹ BPL ਕੈਟਾਗਰੀ ਦੇ ਵਿੱਚ ਫਾਲ ਕਰਨ ਵਾਲਾ ਪਰਿਵਾਰ ਹੋਣਾ ਚਾਹੀਦਾ ਵਾ। ਅਗਰ ਉਹਨਾਂ ਦਾ BPL ਕਾਰਡ ਬਣਿਆ ਹੋਇਆ ਤਾਂ ਉਹ ਆਪਣੇ ਪੂਰੇ ਡਾਕੂਮੈਂਟੇਸ਼ਨ ਸਮੇਤ ਦਫ਼ਤਰ ਵਿਖੇ ਆ ਕੇ ਆਪਣੀ ਅਰਜ਼ੀ ਦੇ ਸਕਦੇ ਨੇ, ਤਾਂ ਉਹਨਾਂ ਨੂੰ ਵਿਭਾਗ ਵੱਲੋਂ ਇੱਕੋ ਵਾਰ 'ਚ 20,000 ਰੁਪਏ ਦੀ ਜਿਹੜੀ ਹੈਗੀ ਆ ਮਾਲੀ ਸਹਾਇਤਾ ਕੀਤੀ ਜਾਂਦੀ ਹੈ। ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਕੀਮਾਂ ਸੀਗੀਆਂ ਮੇਰੇ ਵਿਭਾਗ ਵੱਲੋਂ ਲੋਕਾਂ ਦੇ ਭਲਾਈ ਦੇ ਲਈ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਕਿ ਸਾਡੀ ਸੁਸਾਇਟੀ ਦੇ ਵਿੱਚ ਜਿਹੜੇ ਕੁਝ ਲੋਕ ਰਹਿ ਰਹੇ ਨੇ ਜਿਨ੍ਹਾਂ ਨੂੰ ਕਿਸੇ ਕਾਰਨਾਂ ਕਰਕੇ ਕੁਝ ਦਿੱਕਤਾਂ ਆਉਂਦੀਆਂ ਨੇ, ਉਹਨਾਂ ਦੀ ਹਰ ਪੱਖ ਤੋਂ ਮਦਦ ਕੀਤੀ ਜਾਵੇ। ਇਸੇ ਮਦਦ ਕਰਨ ਦੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਜਿਹੜੀ ਹੈਗੀ ਆ ਪੈਨਸ਼ਨ ਦੀ ਰਕਮ ਆ ਉਹ ਇਸ ਜੁਲਾਈ ਮਹੀਨੇ ਤੋਂ ਵਧਾ ਕੇ 750 ਤੋਂ 1500 ਰੁਪਏ ਕਰ ਦਿੱਤੀ ਗਈ ਹੈ। ਸੋ ਮੇਰੀ ਇਹੀ ਅਪੀਲ ਹੈ ਕਿ ਸਾਰੇ ਜਿੰਨੇ ਵੀ ਐਲੀਜੀਬਲ ਬਣਦੇ ਬੈਨੀਫੀਸ਼ੀਅਰੀ ਨੇ ਉਹ ਆਪਣੇ ਆਪ ਨੂੰ ਰਜਿਸਟਰ ਕਰਵਾ ਕੇ ਇਹਨਾਂ ਸਕੀਮਾਂ ਦਾ ਲਾਭ ਲੈਣ। ਸੋ ਮੈਡਮ ਨੇ ਸਾਨੂੰ ਬੜੇ ਵਿਸਥਾਰ ਨਾਲ ਦੱਸਿਆ ਕਿ ਉਹਨਾਂ ਦੇ ਵਿਭਾਗ ਅਧੀਨ ਕਿਹੜੀਆਂ-ਕਿਹੜੀਆਂ ਪੈਨਸ਼ਨ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਕਿਵੇਂ ਅਪਲਾਈ ਕਰਨਾ। ਜੇ ਇਸ ਤੋਂ ਇਲਾਵਾ ਵੀ ਤੁਹਾਡੇ ਕੁਝ ਸ਼ੰਕੇ ਨੇ, ਕੋਈ ਸਵਾਲ ਹੈ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ, ਸਾਨੂੰ ਤੁਸੀਂ ਮੈਸੇਜ ਵੀ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੀ ਫੇਸਬੁੱਕ ਲਾਈਵ ਦੇ ਵਿੱਚ ਉਹਨਾਂ ਸਵਾਲਾਂ ਦੇ ਜਵਾਬ ਜ਼ਰੂਰ ਦੇਈਏ। ਧੰਨਵਾਦ।